ਹੈਲੋ ਫਰੈਂਡਸ, ਵੈਲਕਮ ਟੂ ਮਾਈ ਚੈਨਲ ਈਕੋ ਟਿਊਟਰ। ਜਿਵੇਂ ਤੁਸੀਂ ਮੇਰੀ ਵੀਡੀਓ ਦੇਖੀ ਜਾ ਰਹੇ ਹੋ, ਤੁਹਾਨੂੰ ਪਤਾ ਚੱਲ ਗਿਆ ਹੋਊਗਾ ਕਿ ਆਪਣੇ ਸਾਰੇ ਜਿਹੜਾ ਫਸਟ ਚੈਪਟਰ ਹੈ ਬੇਸਿਕ ਕਨਸੈਪਟ ਵਾਲਾ ਉਹ ਖਤਮ ਹੋ ਚੁੱਕਿਆ ਹੈਗਾ। ਨਾਓ ਅਸੀਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਕੁਐਸਚਨ ਆਨਸਰ। ਤਾਂ ਛੋਟੇ ਕੁਐਸਚਨ ਆਨਸਰ ਤੋਂ ਸ਼ੁਰੂਆਤ ਕਰਦੇ ਹਾਂ। ਜੇ ਤੁਸੀਂ ਮੇਰੀ ਵੀਡੀਓ ਪਹਿਲਾਂ ਦੇਖੀ ਹੋਊਗੀ ਤਾਂ ਤੁਹਾਨੂੰ ਕੁਐਸਚਨ ਆਨਸਰ ਬਹੁਤ ਹੀ ਈਜ਼ੀਲੀ ਸਮਝ ਆ ਜਾਣਗੇ। ਕੁਐਸਚਨ ਆਨਸਰ 'ਚ ਵੀ ਉਹੀ ਹੈ, ਬਟ ਫਿਰ ਵੀ ਮੈਂ ਤੁਹਾਨੂੰ ਰਿਵਾਈਜ਼ ਕਰਵਾ ਦਿੰਦੀ ਹਾਂ ਤਾਂ ਜੋ ਤੁਹਾਨੂੰ ਪੂਰੀ ਪਰਫੈਕਟਲੀ ਇਹ ਜਿਹੜੇ ਕੁਐਸਚਨ ਆਨਸਰ ਨੇ ਯਾਦ ਵੀ ਹੋ ਜਾਣਗੇ। ਠੀਕ ਹੈ ਜੀ। ਹੁਣ ਜਿਵੇਂ ਕਿ ਫਸਟ ਕੁਐਸਚਨ ਹੈ, ਵਾਟ ਇਜ਼ ਨੈਸ਼ਨਲ ਇਨਕਮ। ਨੈਸ਼ਨਲ ਇਨਕਮ ਕੀ ਹੁੰਦੀ ਹੈ, ਰਾਸ਼ਟਰੀ ਆਮਦਨ ਕੀ ਹੁੰਦੀ ਹੈ। ਤਾਂ ਰਾਸ਼ਟਰੀ ਆਮਦਨ ਦੀ ਪਰਿਭਾਸ਼ਾ ਦੇਣੇ ਆ ਆਪਾਂ ਕਿਹਦੇ ਕਥਨ ਦੇ ਅਨੁਸਾਰ, ਡਨਬਰਗ ਦੇ ਅਨੁਸਾਰ। ਠੀਕ ਹੈ ਜੀ। ਰਾਸ਼ਟਰੀ ਆਮਦਨ ਇੱਕ ਦੇਸ਼ ਦੇ ਸਧਾਰਨ ਅਗਰ ਜੇ ਪਰਿਭਾਸ਼ਾ ਪੁੱਛਦੇ ਤੁਸੀਂ ਇੱਥੋਂ ਸਟਾਰਟ ਕਰ ਸਕਦੇ ਹੋ। ਰਾਸ਼ਟਰੀ ਆਮਦਨ ਇੱਕ ਦੇਸ਼ ਦੇ ਸਧਾਰਨ ਨਿਵਾਸੀਆਂ ਦੀ ਇੱਕ ਸਾਲ ਵਿੱਚ ਮਜ਼ਦੂਰੀ, ਵਿਆਜ, ਲਗਾਨ, ਲਾਭ ਦੇ ਰੂਪ ਵਿੱਚ ਅਰਜਿਤ ਸਾਧਨ ਆਮਦਨ ਹੈ। ਆਪਾਂ ਨੇ ਪਹਿਲਾਂ ਪੜ੍ਹਿਆ ਸੀਗਾ ਕੀ ਹੁੰਦੀ ਹੈ ਰਾਸ਼ਟਰੀ ਆਮਦਨ। ਸਧਾਰਨ ਨਿਵਾਸੀ, ਸਧਾਰਨ ਨਿਵਾਸੀ ਕਿਹੜੇ ਹੁੰਦੇ ਨੇ, ਜਿਹੜੇ ਕਿ ਜਿਸ ਦੇਸ਼ ਦੀ ਆਪਾਂ ਰਾਸ਼ਟਰੀ ਇਨਕਮ ਪਤਾ ਕਰਨਾ ਚਾਹੁੰਦੇ ਹੋ ਉਸੇ ਦੇਸ਼ ਦੇ ਵਿੱਚ ਬੰਦਾ ਰਹਿੰਦਾ ਹੋਵੇ ਤੇ ਉੱਥੇ ਕਮਾਉਂਦਾ ਹੋਵੇ ਤੇ ਉੱਥੇ ਖਰਚ ਕਰਦਾ ਹੋਵੇ, ਉਹ ਹੋਊਗਾ ਸਧਾਰਨ ਨਿਵਾਸੀ। ਠੀਕ ਹੈ, ਯਾਨੀ ਦੇਸ਼ ਦਾ ਨਾਗਰਿਕ। ਠੀਕ ਹੈ। ਔਰ ਇੱਕ ਸਾਲ ਦੇ ਵਿੱਚ ਆਪਾਂ ਮੇਜ਼ਰ ਕਰਦੇ ਹੁੰਦੇ ਹਾਂ ਕੋਈ ਵੀ ਚੀਜ਼ ਨੂੰ ਇਕਨੋਮਿਕਸ ਦੇ ਵਿੱਚ, ਤਾਂ ਮਜ਼ਦੂਰੀ, ਲਗਾਨ, ਵਿਆਜ ਅਤੇ ਲਾਭ ਆਪਾਂ ਨੇ 4 ਫੈਕਟਰ ਪੜ੍ਹੇ ਸੀਗੇ ਉਤਪਾਦਨ ਦੇ। ਕਿਹੜੇ ਕਿਹੜੇ, ਲੈਂਡ, ਲੇਬਰ, ਕੈਪੀਟਲ ਐਰ ਐਂਟਰਪ੍ਰੇਨਿਓਰ। ਠੀਕ ਹੈ। ਇਹਨਾਂ ਸਾਰੇ 4 ਸਾਧਨਾਂ ਨੂੰ ਜਿਹੜੀ ਇਨਕਮ ਮਿਲਦੀ ਹੈ ਉਹ ਮਜ਼ਦੂਰੀ ਦੇ ਰੂਪ ਵਿੱਚ ਮਿਲਦੀ ਹੈ। ਜਿਵੇਂ ਕਿ ਲੇਬਰ ਨੂੰ ਕੀ ਮਿਲਦਾ ਹੁੰਦਾ ਗਾ, ਵੇਜਿਸ ਮਿਲਦੀ ਹੁੰਦੀਆਂ ਨੇ। ਕੈਪੀਟਲ ਨੂੰ ਕੀ ਮਿਲਦਾ ਹੁੰਦਾ, ਇੰਟਰਸਟ ਮਿਲਦਾ ਹੁੰਦਾ ਗਾ। ਭੂਮੀ ਨੂੰ ਕੀ ਮਿਲਦਾ ਹੁੰਦਾ ਗਾ, ਕਿਰਾਇਆ ਮਿਲਦਾ ਹੁੰਦਾ, ਰੈਂਟ ਮਿਲਦਾ ਹੁੰਦਾ ਗਾ। ਔਰ ਉਦਮੀ ਨੂੰ ਕੀ ਮਿਲਦਾ ਹੁੰਦਾ, ਲਾਭ ਮਿਲਦਾ ਹੁੰਦਾ। ਠੀਕ ਹੈ ਜੀ। ਇਹਦੇ ਰੂਪ ਵਿੱਚ ਜਿਹੜਾ ਇੱਕ ਸਾਲ ਦੇ ਵਿੱਚ ਸਧਾਰਨ ਨਿਵਾਸੀਆਂ ਨੂੰ ਇਸ ਰੂਪ ਦੇ ਵਿੱਚ ਜਿਹੜੀ ਆਮਦਨ ਪ੍ਰਾਪਤ ਹੁੰਦੀ ਹੈ ਉਹਨੂੰ ਆਪਾਂ ਰਾਸ਼ਟਰੀ ਆਮਦਨ ਕਹਿੰਦੇ ਆ। ਇਹ ਘਰੇਲੂ ਸਾਧਨਾਂ ਤੋਂ ਆਮਦਨ ਅਤੇ ਵਿਦੇਸ਼ਾਂ ਤੋਂ ਅਰਜਿਤ ਸ਼ੁੱਧ ਸਾਧਨ ਆਮਦਨ ਦਾ ਯੋਗ ਵੀ ਹੈ। ਔਰ ਰਾਸ਼ਟਰੀ ਆਮਦਨ ਦੇ ਵਿੱਚ ਘਰੇਲੂ ਸਾਧਨ ਤੋਂ ਜਿਹੜੇ ਆਮਦਨੀਆਂ ਨੇ ਕਿ ਜਿਹੜੇ ਆ ਆਪਣੇ 4 ਫੈਕਟਰ ਨੇ, ਇਹ ਇਕੱਲੇ ਇੰਡੀਆ ਦੇ ਤਾਂ ਇਨਵੋਲਵ ਹੁੰਦੇ ਹੀ ਹੁੰਦੇ ਨੇ। ਅਗਰ ਇਹਦੇ ਵਿੱਚ ਜਿਹੜੇ ਵਿਦੇਸ਼ਾਂ ਤੋਂ ਅਰਜਿਤ ਜਿਹੜੀ ਸ਼ੁੱਧ ਸਾਧਨ ਆਮਦਨ ਹੁੰਦੀ ਹੈ ਉਹ ਵੀ ਇਹਦੇ ਵਿੱਚ ਇਨਵੋਲਵ ਹੁੰਦੀ ਹੈ। ਹੁਣ ਵਿਦੇਸ਼ਾਂ ਤੋਂ ਸ਼ੁੱਧ ਅਰਜਿਤ ਸਾਧਨ ਕੀ ਹੁੰਦੀ ਹੈ, ਵਿਦੇਸ਼ਾਂ ਮਤਲਬ ਜਿਹੜੇ ਵਿਦੇਸ਼ ਤੋਂ ਪ੍ਰਾਪਤ ਹੋਈ ਆਮਦਨ, ਉਹਦਾ ਸ਼ੁੱਧ ਸਾਧਨ ਆਮਦਨ। ਇਹ ਸ਼ੁੱਧ ਸਾਧਨ ਆਮਦਨ ਕਿਵੇਂ ਮੈਂ ਤੁਹਾਨੂੰ ਦੱਸਦੀ ਹਾਂ। ਵਿਦੇਸ਼ਾਂ ਤੋਂ ਸ਼ੁੱਧ ਅਰਜਿਤ ਸਾਧਨ ਆਮਦਨ ਕੀ ਹੁੰਦੀ ਹੈ, ਜੇ ਮੰਨ ਲਓ ਅਮਰੀਕਾ ਦਾ ਬੰਦਾ ਆ, ਉਹ ਇੰਡੀਆ ਦੇ ਵਿੱਚ ਕੰਮ ਕਰਦਾ। ਠੀਕ ਹੈ। ਤਾਂ ਇੰਡੀਆ ਦੇ ਵਿੱਚ ਕੰਮ ਕਰਦਾ ਤਾਂ ਉਹ ਜੋ ਮਤਲਬ ਇੰਡੀਆ ਤੋਂ ਜਿਹੜਾ ਪੈਸਾ ਕਮਾ ਕੇ ਉਹ ਕੀ ਭੇਜਦਾ, ਅਮਰੀਕਾ ਭੇਜਦਾ ਗਾ। ਯਾਨੀ ਕਿ ਅਮਰੀਕਾ ਦਾ ਬੰਦਾ ਜਿਹੜਾ ਹੈਗਾ ਉਹ ਕੀ ਕਰਦਾ ਗਾ, ਕਮਾ ਕੇ ਆਪਣੇ ਅਮਰੀਕਾ ਦੇਸ਼ ਨੂੰ ਭੇਜ ਦਿੰਦਾ, ਆਪਣੇ ਉੱਥੇ ਲੋਕਾਂ ਨੂੰ ਭੇਜ ਦਿੰਦਾ ਗਾ। ਠੀਕ ਹੈ ਜੀ। ਠੀਕ ਹੈ। ਹੁਣ ਆਪਣਾ ਜਿਹੜਾ ਇੰਡੀਆ ਦਾ ਜਿਹੜਾ ਬੰਦਾ ਹੋਊਗਾ ਉਹ ਅਮਰੀਕਾ ਦੇ ਵਿੱਚ ਬੈਠਾ ਗਾ। ਠੀਕ ਹੈ। ਉਹ ਅਮਰੀਕਾ ਦੇ ਡਾਲਰਸ ਵਗੈਰਾ ਕਮਾ ਕੇ ਉਹ ਕਿੱਥੇ ਭੇਜਦਾ, ਇੰਡੀਆ ਦੇ ਵਿੱਚ ਭੇਜ ਦਿੰਦਾ। ਤਾਂ ਜਦੋਂ ਇਹਦੇ ਦੁਆਰਾ ਜੋ ਭੇਜਿਆ ਗਿਆ ਔਰ ਜੋ ਇੰਡੀਆ ਦੁਆਰਾ ਜੋ ਭੇਜਿਆ ਗਿਆ ਉਹਦਾ ਮਾਈਨਸ ਕਰਦੇ ਹਾਂ, ਯਾਨੀ ਕਿ ਆਯਾਤ ਔਰ ਨਿਰਯਾਤ ਮਾਈਨਸ ਕਰਕੇ ਕੀ ਕੱਢ ਦਿੰਦੇ ਹੁੰਦੇ ਆਪਾਂ, ਸ਼ੁੱਧ ਅਰਜਿਤ ਸਾਧਨ ਆਮਦਨ। ਯਾਨੀ ਵਿਦੇਸ਼ੀ ਸਾਧਨਾਂ ਦੁਆਰਾ ਕਿੰਨੀ ਆਮਦਨ, ਯਾਨੀ ਕਿਤੇ ਵਿਦੇਸ਼ਾਂ ਦੇ ਵਿੱਚ ਕਿੰਨੀ ਆਪਾਂ ਨੇ ਉਹ ਕੀਤਾ ਆ ਸਾਧਨ ਭੇਜਿਆ ਗਾ, ਔਰ ਉਹਨਾਂ ਨੇ ਕਿੰਨਾ ਭੇਜਿਆ, ਉਹਨਾਂ ਦੋਨਾਂ ਦਾ ਮਾਈਨਸ। ਜੇ ਮੰਨ ਲਓ ਕਿ ਜਿਹੜੇ ਵਿਦੇਸ਼ੀ ਆਪਾਂ ਆਯਾਤ ਜਿਹੜਾ ਹੈਗਾ ਆਪਾਂ ਕਿੰਨਾ ਕੀਤਾ, 800 ਕੀਤਾ। ਠੀਕ ਹੈ ਜੀ। ਹੁਣ ਆਪਾਂ ਨੇ ਨਿਰਯਾਤ ਕਿੰਨਾ ਕਰ ਲਿਆ, ਮੰਗਵਾ ਕਿੰਨਾ ਲਿਆ ਆਪਾਂ ਨੇ, 400 ਰੁਪਏ। ਤਾਂ ਹੁਣ ਇਹ ਕਿੰਨਾ ਹੋ ਗਿਆ। ਠੀਕ ਹੈ। ਇਹ 400 ਕੀ ਹੋਣਗੇ, ਐਡ ਹੋਣਗੇ ਨੈਸ਼ਨਲ ਇਨਕਮ ਦੇ ਵਿੱਚ। ਠੀਕ ਹੈ ਜੀ। ਹੁਣ ਪਰਿਭਾਸ਼ਾ ਦੇ ਅਨੁਸਾਰ ਆਪਾਂ ਇਹ ਕਹਿ ਸਕਦੇ ਹਾਂ ਕਿ ਰਾਸ਼ਟਰੀ ਆਮਦਨ ਦੇ ਵਿੱਚ ਘਰੇਲੂ ਸਾਧਨਾਂ ਦੁਆਰਾ ਜਿਹੜੀ ਆਮਦਨ ਹੁੰਦੀ ਹੈ ਔਰ ਜਿਹੜੇ ਵਿਦੇਸ਼ਾਂ ਤੋਂ ਅਰਜਿਤ ਸ਼ੁੱਧ ਸਾਧਨ ਆਮਦਨ ਹੁੰਦੀ ਹੈ ਉਹਦਾ ਜੋੜ ਵੀ ਸ਼ਾਮਿਲ ਹੁੰਦਾ ਗਾ। ਠੀਕ ਹੈ ਜੀ। ਨੈਕਸਟ ਕੁਐਸਚਨ ਕੀ ਹੈ, ਪ੍ਰਤੀ ਵਿਅਕਤੀ ਆਮਦਨ, ਕੈਪੀਟਲ ਪਰ ਕੈਪੀਟਲ ਇਨਕਮ ਕੀ ਹੁੰਦੀ ਆ। ਪ੍ਰਤੀ ਵਿਅਕਤੀ ਆਮਦਨ ਹੁੰਦੀ ਹੈ ਇਕੱਲੇ ਵਿਅਕਤੀ ਦੀ ਆਮਦਨ, ਭਾਵ ਕਿਸੇ ਦੇਸ਼ ਦੇ ਲੋਕਾਂ ਨੂੰ ਇੱਕ ਨਿਸ਼ਚਿਤ ਅਵਧੀ ਮਤਲਬ 1 ਸਾਲ ਦੇ ਵਿੱਚ ਪ੍ਰਾਪਤ ਹੋਣ ਵਾਲੀ ਔਸਤ ਆਮਦਨ। ਔਰ ਪ੍ਰਤੀ ਵਿਅਕਤੀ ਆਮਦਨ ਕੀ ਹੁੰਦੀ ਹੈ, ਔਸਤ ਆਮਦਨ ਵੀ ਹੁੰਦੀ ਹੈ। ਚਾਹੇ ਪੁੱਛ ਲਣ ਪ੍ਰਤੀ ਵਿਅਕਤੀ ਆਮਦਨ ਜਾਂ ਔਸਤ ਆਮਦਨ, ਤਾਂ ਕੀ ਹੁੰਦੀ ਆ, ਕਿਸੇ ਨਿਸ਼ਚਿਤ ਅਵਧੀ ਦੇ ਵਿੱਚ ਪ੍ਰਾਪਤ ਹੋਣ ਵਾਲੀ ਲੋਕਾਂ ਦੀ ਆਮਦਨ। ਠੀਕ ਹੈ। ਜੇ ਆਪਾਂ ਨੇ ਪਤਾ ਕਰਨੀ ਹੈ ਕਿ ਪਰ ਕੈਪੀਟਲ ਇਨਕਮ ਕਿੰਨੀ ਆ, ਤਾਂ ਜਿੰਨੀ ਵੀ ਤੁਹਾਡੀ ਨੈਸ਼ਨਲ ਇਨਕਮ ਹੋਊਗੀ ਬਟੇ ਜਨਸੰਖਿਆ ਕਰ ਦਿਓ, ਤੁਹਾਡਾ ਪਰ ਕੈਪੀਟਲ ਇਨਕਮ ਨਿਕਲ ਕੇ ਆ ਜਾਊਗਾ। ਨੈਕਸਟ ਕੁਐਸਚਨ ਕੀ ਆ, ਉਪਭੋਗ ਤੋਂ ਕੀ ਭਾਵ ਹੈ, ਕੰਜ਼ੰਪਸ਼ਨ ਕੀ ਹੁੰਦੀ ਆ। ਉਤਪਾਦਿਤ ਕੀਤੀਆਂ ਗਈਆਂ ਵਸਤੂਆਂ ਤੇ ਸੇਵਾਵਾਂ ਦਾ ਪ੍ਰਯੋਗ ਕਰਕੇ ਜਿੰਨੀਆਂ ਵੀ ਵਸਤੂਆਂ ਉਤਪਾਦਿਤ ਕੀਤੀਆਂ ਜਾਂਦੀਆਂ ਨੇ, ਜ਼ਰੂਰੀ ਨਹੀਂ ਹੈਗੀ ਕਿ ਉਹ ਵਸਤੂਆਂ ਹੀ ਨੇ, ਸੇਵਾਵਾਂ ਵੀ ਹੋ ਸਕਦੀਆਂ ਨੇ। ਸੇਵਾਵਾਂ ਤੁਹਾਨੂੰ ਪਤਾ ਹੀ ਆ, ਜਿਵੇਂ ਕਿ ਆਪਾਂ ਸੇਵਾਵਾਂ ਕਹਿ ਸਕਦੇ ਹਾਂ, ਜਿਵੇਂ ਕਿ ਕਿਸੇ ਦੀ ਸਰਵਿਸ ਹੀ ਲੈ ਲਈ, ਜਿਵੇਂ ਕਿ ਟੈਲੀਫੋਨ ਦੀ ਹੋ ਗਈ, ਜਾਂ ਫਿਰ ਵਾਹਨ ਆਵਾਜਾਈ ਦੇ ਸਾਧਨ ਦੀ ਲੈ ਲਈ ਸੇਵਾਵਾਂ। ਐਰੋਪਲੇਨ ਦੀ ਆਪਾਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜਾਂਦੇ ਹਾਂ। ਠੀਕ ਹੈ। ਕਿਸੇ ਟੀਚਰ ਦੁਆਰਾ ਬੱਚਿਆਂ
ਬੱਚਿਆਂ ਨੂੰ ਪੜ੍ਹਾਉਣਾ, ਇਹ ਸੇਵਾਵਾਂ ਹੋ ਜਾਣਗੀਆਂ। ਠੀਕ ਹੈ ਜੀ। ਦਾ ਪ੍ਰਯੋਗ ਕਰਕੇ ਮਨੁੱਖੀ ਜ਼ਰੂਰਤਾਂ ਦੀ ਪ੍ਰਤੱਖ ਤੌਰ ਤੇ ਸੰਤੁਸ਼ਟੀ ਹੁੰਦੀ ਆ। ਜਦੋਂ ਵਸਤੂਆਂ ਅਤੇ ਸੇਵਾਵਾਂ ਦਾ ਪ੍ਰਯੋਗ ਕਰਕੇ ਮਨੁੱਖ ਦੀ ਕੀ ਹੋਊਗੀ, ਪ੍ਰਤੱਖ ਸੰਤੁਸ਼ਟੀ ਹੋਊਗੀ, ਉਹਨੂੰ ਆਪਾਂ ਕੀ ਕਵਾਂਗੇ, ਕੰਜ਼ੰਪਸ਼ਨ ਕਵਾਂਗੇ, ਉਪਭੋਗ ਕਵਾਂਗੇ। ਠੀਕ ਹੈ ਜੀ। ਸੀਮਾਂਤ ਉਪਭੋਗ ਪ੍ਰਵਿਰਤੀ, ਹੁਣ ਜਿਹੜੀ ਉਪਭੋਗ ਆ ਨਾ, ਇਹਦੀਆਂ ਦੋ ਟਾਈਪਸ ਨੇ, ਉਹੀ ਅੱਗੇ ਪੁੱਛਿਆ ਗਿਆ ਕੁਐਸਚਨ ਆਨਸਰ ਚ ਵਿੱਚ ਵੀ ਵਾਟ ਇਜ਼ ਮਾਰਜਨਲ ਕੰਜ਼ੰਪਸ਼ਨ ਪ੍ਰੋਪੈਂਸਿਟੀ ਕੰਜ਼ੰਪਸ਼ਨ, ਇਹਨੂੰ ਇੰਗਲਿਸ਼ ਚ ਕਹਿੰਦੇ ਮਾਰਜਨਲ ਪ੍ਰੋਪੈਂਸਿਟੀ ਟੂ ਕੰਜ਼ਿਊਮ। ਸੀਮਾਂਤ ਉਪਭੋਗ ਪ੍ਰਵਿਰਤੀ ਦੀ ਪਰਿਭਾਸ਼ਾ ਦਿਓ। ਆਮਦਨ ਵਿੱਚ ਹੋਣ ਵਾਲੇ ਪਰਿਵਰਤਨ ਦੇ ਫਲਸਰੂਪ ਉਪਭੋਗ ਵਿੱਚ ਹੋਣ ਵਾਲੇ ਪਰਿਵਰਤਨ ਦੇ ਅਨੁਪਾਤ ਨੂੰ ਸੀਮਾਂਤ ਉਪਭੋਗ ਪ੍ਰਵਿਰਤੀ ਕਹਿੰਦੇ ਨੇ। ਠੀਕ ਹੈ ਜੀ। ਕੀ ਹੈ ਕਿ ਜਿੰਨੀ ਤੁਹਾਡੀ ਆਮਦਨ ਵਿੱਚ ਪਰਿਵਰਤਨ ਹੋਇਆ, ਯਾਨੀ ਜਿੰਨਾ ਥੋੜਾ ਆਮਦਨ ਚੇਂਜ ਹੋਈ ਹੈ ਪਹਿਲਾਂ ਨਾਲੋਂ, ਔਰ ਜਿੰਨਾ ਤੁਸੀਂ ਹੁਣ ਚੇਂਜ ਆਮਦਨ ਦੇ ਚੇਂਜ ਹੋਣ ਨਾਲ ਤੁਸੀਂ ਉਪਭੋਗ ਵੀ ਤਾਂ ਚੇਂਜ ਕਰੋਗੇ ਨਾ, ਤੇ ਇਹਦਾ ਚੇਂਜ ਦੇ ਅਨੁਪਾਤ ਨੂੰ, ਅਨੁਪਾਤ ਮਤਲਬ ਬਟਿਆਂ ਦੇ ਵਿੱਚ। ਠੀਕ ਹੈ ਜੀ। ਹੁਣ ਜੇ ਮੰਨ ਲਓ ਸੀਮਾਂਤ ਉਪਭੋਗ ਪ੍ਰਵਿਰਤੀ ਕੀ ਹੁੰਦੀ ਹੈ, ਜੇ ਮੰਨ ਲਓ ਪਹਿਲਾਂ ਤੁਹਾਡੀ 2021 ਦੇ ਵਿੱਚ ਕਿੰਨੀ ਸੀਗੀ ਇਨਕਮ, ਤੁਹਾਡੀ ਸੀਗੀ 800 ਰੁਪਏ। ਠੀਕ ਹੈ। ਖਰਚ ਤੁਸੀਂ ਕਿੰਨਾ ਕਰਦੇ ਸੀਗੇ, 500 ਰੁਪਏ। ਠੀਕ ਹੈ ਜੀ। ਇਹ ਤੁਹਾਡਾ ਖਰਚ ਆ ਗਿਆ। ਹੁਣ ਮੰਨ ਲਓ 2022 ਦੇ ਵਿੱਚ ਕੀ ਹੋ ਗਿਆ ਤੁਹਾਡਾ, ਅਗਲੇ ਸਾਲ ਤੁਸੀਂ ਦੇਖਿਆ ਕਿ ਤੁਹਾਡੀ ਇਨਕਮ ਇਨਕਰੀਜ਼ ਹੋ ਗਈ। ਇਨਕਮ ਇਨਕਰੀਜ਼ ਹੋਣ ਦੇ ਨਾਲ ਮੰਨ ਲਓ 1000 ਹੋ ਗਏ। ਠੀਕ ਹੈ। ਔਰ ਤੁਹਾਡੀ ਜੋ ਖਰਚ ਹੈ ਉਹ ਵੀ ਤੁਹਾਡੀ ਵਧਾ ਦੋਗੇ ਤੁਸੀਂ, ਜਾਂ ਠੀਕ ਹੈ, ਉਹ ਵੀ ਤੁਹਾਡੇ ਖਰਚੇ ਵੀ ਵੱਧ ਜਾਣਗੇ ਜੇ ਤੁਹਾਡੀ ਇਨਕਮ ਵੱਧ ਗਈ ਤਾਂ। ਠੀਕ ਹੈ ਜੀ। ਤੇ ਇਹ 700 ਰੁਪਏ ਹੋਗੀ। ਠੀਕ ਹੈ। ਤੇ ਯਾਨੀ ਇਹ ਹੁਣ ਦੱਸੋ, ਪਹਿਲਾਂ ਇਨਕਮ ਤੁਹਾਡੀ 1000 ਸੀ ਔਰ ਇਹ ਹੁਣ ਇਨਕਮ 1000 ਆ, ਪਹਿਲਾਂ ਤੁਹਾਡੀ 800 ਸੀਗੀ, ਤੇ ਇਹ ਦੋਨਾਂ ਦਾ ਡਿਫਰੈਂਸ ਕਿੰਨਾ ਹੋਇਆ, 200 ਰੁਪਏ, ਯਾਨੀ 200 ਰੁਪਏ। ਔਰ ਜਿੰਨਾ ਤੁਹਾਡਾ ਕਿਹਦੇ ਵਿੱਚ ਪਰਿਵਰਤਨ ਹੋਇਆ, ਉਪਭੋਗ ਵਿੱਚ ਪਰਿਵਰਤਨ ਬਟੇ ਸੌਰੀ ਇਹ ਤਾਂ ਇਨਕਮ ਆ ਨਾ, ਸੌਰੀ ਇਨਕਮ ਹੈ ਇਹ, ਤਾਂ ਇਨਕਮ ਵਿੱਚ ਕਿੰਨਾ ਪਰਿਵਰਤਨ ਹੋਇਆ ਆਪਣਾ, 200 ਰੁਪਏ। ਠੀਕ ਹੈ। ਔਰ ਉਪਭੋਗ ਵਿੱਚ ਕਿੰਨਾ ਪਰਿਵਰਤਨ ਹੋਇਆ, 200 ਰੁਪਏ। ਠੀਕ ਹੈ। ਤਾਂ ਇਹ ਤੁਹਾਡਾ ਐਵੇਂ ਕੱਢ ਸਕਦੇ ਹੋ ਕਿ ਜਿੰਨਾ ਤੁਹਾਡਾ ਉਪਭੋਗ ਵਿੱਚ ਪਰਿਵਰਤਨ ਹੋਇਆ ਔਰ ਜਿੰਨਾ ਆਮਦਨ ਵਿੱਚ ਪਰਿਵਰਤਨ, ਯਾਨੀ ਪਿਛਲੇ ਸਾਲ ਦੇ ਮੁਕਾਬਲੇ ਹੁਣ ਤੁਹਾਡੇ ਆਮਦਨ ਔਰ ਉਪਭੋਗ ਦੇ ਵਿੱਚ ਕਿੰਨਾ ਚੇਂਜ ਹੋਇਆ। ਸੀਮਾਂਤ ਉਪਭੋਗ ਪ੍ਰਵਿਰਤੀ, ਯਾਨੀ ਇਹਦੇ ਵਿੱਚ ਆਪਾਂ ਪਰਿਵਰਤਨ ਨੂੰ ਲੈਂਦੇ ਹੁੰਦੇ ਹਾਂ। ਠੀਕ ਹੈ ਜੀ। ਐਵੇਂ ਆਪਾਂ ਕੱਢ ਸਕਦੇ ਹਾਂ। ਫਿਰ ਇਹ ਕਿੰਨਾ ਆ ਗਿਆ, 1 ਆ ਗਿਆ। ਤਾਂ ਸੀਮਾਂਤ ਉਪਭੋਗ ਪ੍ਰਵਿਰਤੀ ਕੀ ਆ ਗਈ, 1 ਆ ਗਈ ਤੁਹਾਡੇ ਕੋਲ। ਠੀਕ ਹੈ। ਔਰ ਇੰਨਾ ਯਾਦ ਰੱਖਿਓ, ਜਿਹੜੀ ਸੀਮਾਂਤ ਉਪਭੋਗ ਪ੍ਰਵਿਰਤੀ ਆ ਹਮੇਸ਼ਾ 1 ਔਰ 0 ਦੇ ਵਿਚਕਾਰ ਹੁੰਦੀ ਹੈ। 1 ਔਰ 0 ਦੇ ਵਿਚਕਾਰ ਹੋਊਗੀ, ਨਾ 1 ਤੋਂ ਬੜੀ ਹੋਊਗੀ ਨਾ 0 ਤੋਂ ਛੋਟੀ ਹੋਊਗੀ। ਠੀਕ ਹੈ ਜੀ। ਮਾਈਨਸ 'ਚ ਕਦੇ ਨਹੀਂ ਆਊਗੀ ਸੀਮਾਂਤ ਉਪਭੋਗ ਪ੍ਰਵਿਰਤੀ। ਠੀਕ ਹੈ ਜੀ। ਹੁਣ ਸੀਮਾਂਤ ਉਪਭੋਗ ਪ੍ਰਵਿਰਤੀ ਨੂੰ ਆਪਾਂ ਕਿਵੇਂ ਲਿਖਦੇ ਹੁੰਦੇ ਆ, MPC ਮਾਰਜਨਲ ਪ੍ਰੋਪੈਂਸਿਟੀ ਟੂ ਕੰਜ਼ਿਊਮ ਇਕੁਅਲ ਟੂ ਚੇਂਜ ਇਨ C। ਚੇਂਜ ਇਨ C ਮਤਲਬ ਜਿੰਨਾ ਤੁਹਾਡਾ ਉਪਭੋਗ ਵਿੱਚ ਪਰਿਵਰਤਨ ਹੋਇਆ। ਚੇਂਜ ਇਨ Y ਡੈਲਟਾ ਟਾਈਪ ਹੁੰਦਾ ਗਾ। ਡੈਲਟਾ ਟਾਈਪ ਮਤਲਬ ਇਸ ਤਰ੍ਹਾਂ ਦਾ ਟ੍ਰਾਇੰਗਲ ਟਾਈਪ ਦਾ ਹੋਊਗਾ ਇਹ। ਠੀਕ ਹੈ ਜੀ। ਇਹ ਐਵੇਂ ਲਿਖੋਗੇ ਤੁਸੀਂ। ਔਰ ਆਮਦਨ ਵਿੱਚ ਜੋ ਪਰਿਵਰਤਨ ਹੋਇਆ। ਠੀਕ ਹੈ। ਹੁਣ ਤੁਹਾਨੂੰ ਪਤਾ ਚੱਲ ਗਿਆ ਵਾਟ ਇਜ਼ ਮਾਰਜਨਲ ਪ੍ਰੋਪੈਂਸਿਟੀ ਟੂ ਕੰਜ਼ਿਊਮ। ਠੀਕ ਹੈ ਜੀ। ਨੈਕਸਟ ਕੁਐਸਚਨ ਆ ਜਾਂਦਾ ਗਾ ਆਪਣਾ 5th, ਔਸਤ ਉਪਭੋਗ ਪ੍ਰਵਿਰਤੀ ਕੀ ਹੁੰਦੀ ਆ। ਔਸਤ ਉਪਭੋਗ, ਹੁਣ ਇਹ ਔਸਤ ਉਪਭੋਗ ਪ੍ਰਵਿਰਤੀ ਹੁੰਦੀ ਆ ਕਿ ਜਿੰਨਾ ਤੁਹਾਡਾ ਖਰਚ ਵਿੱਚ ਪਰਿਵਰਤਨ ਹੋਇਆ ਔਰ ਜਿੰਨਾ ਪਰਿਵਰਤਨ ਨਹੀਂ ਲਵਾਂਗੇ ਇਹਦੇ ਵਿੱਚ, ਔਸਤ ਦੇ ਵਿੱਚ ਆਪਾਂ ਪਰਿਵਰਤਨ ਨਹੀਂ ਲਵਾਂਗੇ। ਕੁੱਲ ਖਰਚ ਦੇ ਵਿੱਚ, ਕੁੱਲ ਖਰਚ ਅਤੇ ਕੁੱਲ ਆਮਦਨ ਦੇ ਅਨੁਪਾਤ ਨੂੰ ਕੀ ਕਵਾਂਗੇ, ਔਸਤ ਉਪਭੋਗ। ਜਿੰਨਾ ਤੁਸੀਂ ਖਰਚ ਕਰਦੇ ਹੋ ਔਰ ਜਿੰਨਾ ਤੁਸੀਂ ਆਮਦਨ ਹੈਗੀ ਹੈ ਤੁਹਾਡੀ। ਠੀਕ ਹੈ ਜੀ। ਇਹਨਾਂ ਨੂੰ ਕੀ ਕਵਾਂਗੇ ਆਪਾਂ, ਔਸਤ ਉਪਭੋਗ ਪ੍ਰਵਿਰਤੀ। ਜਿਵੇਂ ਮੰਨ ਲਓ ਇਹਦੇ ਵਿੱਚ ਆਪਾਂ ਪਹਿਲਾਂ ਦੇ ਸਾਲ ਦੇ ਮੁਕਾਬਲੇ ਆਪਾਂ ਮਾਈਨਸ ਕਰਦੇ ਹੁੰਦੇ ਸੀ, ਯਾਨੀ ਪਹਿਲਾਂ ਕਿੰਨੀ ਸੀ ਇਨਕਮ ਹੁਣ ਕਿੰਨੀ ਹੋਗੀ। ਇਹਦੇ ਵਿੱਚ ਆਪਾਂ ਚੇਂਜ ਨਹੀਂ ਕਰਾਂਗੇ। ਜਿਵੇਂ ਕਿ ਮੰਨ ਲਓ ਤੁਹਾਡੀ ਆਮਦਨ ਕਿੰਨੀ ਆ, 800 ਰੁਪਏ ਆ 2021 ਦੇ ਵਿੱਚ। ਠੀਕ ਹੈ। 2021 ਦਾ ਆਪਾਂ ਕੀ ਕੱਢ ਰਹੇ ਹਾਂ, ਆਪਾਂ ਕੱਢ ਰਹੇ ਹਾਂ ਔਸਤ ਉਪਭੋਗ ਪ੍ਰਵਿਰਤੀ। ਠੀਕ ਹੈ। ਤਾਂ 800 ਸੀਗੀ ਔਰ ਖਰਚ ਕਿੰਨਾ ਸੀ, 500 ਰੁਪਏ। ਠੀਕ ਹੈ। ਤਾਂ ਇਹ ਤੁਹਾਡਾ ਕੀ ਆ ਗਿਆ, 5/8 ਕੀ ਆ ਗਈ, ਇਹ ਤੁਹਾਡੀ ਆ ਗਈ ਔਸਤ ਉਪਭੋਗ ਪ੍ਰਵਿਰਤੀ। ਠੀਕ ਹੈ ਜੀ। ਇੰਨਾ ਅਨੁਪਾਤ ਆ ਗਿਆ, 5:8। ਠੀਕ ਹੈ ਜੀ। ਔਰ 2022 ਦਾ ਕੀ ਕੱਢਾਂਗੇ, ਜਿੰਨੀ ਤੁਹਾਡੀ ਇਨਕਮ ਹੈ 1000 ਔਰ ਖਰਚ ਕਿੰਨਾ ਕਰ ਰਹੇ ਹੋ ਤੁਸੀਂ, 700 ਰੁਪਏ। ਠੀਕ ਹੈ। 700 ਰੁਪਏ ਤੇ ਕਿੰਨਾ, 7/10 0.7 ਤੁਹਾਡੀ ਕੀ ਆ ਗਈ, ਇਹ ਅਨੁਪਾਤ ਆ ਗਿਆ ਤੁਹਾਡਾ ਔਸਤ ਉਪਭੋਗ ਪ੍ਰਵਿਰਤੀ ਆ ਗਈ। ਠੀਕ ਹੈ ਜੀ। ਇਹਦੇ ਵਿੱਚ ਆਪਾਂ ਸਿੱਧਾ ਜਿੰਨਾ ਤੁਸੀਂ ਖਰਚ ਕਰਦੇ ਹੋ, ਜਿੰਨੀ ਤੁਹਾਡੀ ਇਨਕਮ ਆ ਉਹਨਾਂ ਦਾ ਕੀ ਕਰ ਦੋ, ਡਿਵਾਈਡ ਕਰ ਦੋ, ਇਹ ਥੋੜੀ ਨਿਕਲ ਕੇ ਆ ਜਾਊ। ਹੋਰ ਵੀ ਰਕਮ ਲੈ ਕੇ ਤੁਸੀਂ ਪ੍ਰੈਕਟਿਸ ਕਰ ਸਕਦੇ ਹੋ, ਤੁਹਾਨੂੰ ਪਤਾ ਚੱਲ ਜੂਗਾ। ਠੀਕ ਹੈ ਜੀ। ਨੈਕਸਟ ਜੋ ਆਪਣਾ ਕੁਐਸਚਨ ਹੈ ਉਹ ਆਪਣਾ ਕੀ ਹੈ, ਇਹਨੂੰ ਆਪਾਂ ਲਿਖ ਦਿੰਦੇ ਆ APC। ਉਹਨੂੰ ਲਿਖਦੇ ਹੁੰਦੇ ਸੀ ਮਾਰਜਨਲ ਨੂੰ MPC, ਇਹਨੂੰ ਲਿਖਾਂਗੇ APC। ਠੀਕ ਹੈ ਜੀ। APC ਔਰ ਲਿਖਾਂਗੇ C/Y। ਠੀਕ ਹੈ। C/Y ਮਤਲਬ ਜਿੰਨਾ ਤੁਹਾਡਾ ਕੰਜ਼ੰਪਸ਼ਨ ਆ ਔਰ ਜਿੰਨਾ ਤੁਹਾਡੀ ਆਮਦਨ ਆ ਉਹਦਾ ਅਨੁਪਾਤ ਸਿੱਧਾ।
ਹੁਣ ਜਿਵੇਂ ਆਪਾਂ ਨੇ ਉਪਭੋਗ ਦਾ ਪੜ੍ਹਿਆ ਨਾ, ਉਵੇਂ ਇਹਦੇ ਵਿੱਚ ਬਚਤ ਦਾ ਵੀ ਆ ਜਾਂਦਾ, ਕਿਉਂਕਿ ਦੇਖੋ ਤੁਹਾਡੀ ਆਮਦਨ ਜਿਹੜੀ ਹੈਗੀ ਹੈ 2 ਹਿੱਸਿਆਂ ਵਿੱਚ ਵੰਡੀ ਜਾਂਦੀ ਹੁੰਦੀ ਆ। ਇੱਕ ਤਾਂ ਤੁਸੀਂ ਕੰਜ਼ੰਪਸ਼ਨ ਕਰ ਲਓਗੇ ਯਾਨੀ ਖਰਚ ਕਰ ਦੋਗੇ, ਦੂਸਰਾ ਕੀ ਕਰੋਗੇ, ਸੇਵਿੰਗ ਕਰ ਲਓਗੇ। ਠੀਕ ਹੈ, ਤਾਂ ਖਰਚ ਦਾ ਤਾਂ ਆਪਾਂ ਨੇ ਪੜ੍ਹ ਲਿਆ, 2 ਟਾਈਪਸ ਪੜ੍ਹ ਲਈਆਂ। ਠੀਕ ਹੈ, ਸੀਮਾਂਤ ਉਪਭੋਗ ਪ੍ਰਵਿਰਤੀ ਔਰ ਔਸਤ ਉਪਭੋਗ ਪ੍ਰਵਿਰਤੀ। ਠੀਕ ਹੈ, ਹੁਣ ਆਪਾਂ ਨੈਕਸਟ ਜਿਹੜਾ ਪੜ੍ਹਨ ਜਾ ਰਹੇ ਹਾਂ ਉਹ ਹੈ ਬਚਤ ਦਾ। ਸੀਮਾਂਤ ਬਚਤ ਪ੍ਰਵਿਰਤੀ ਔਰ ਜਿਹੜਾ ਔਸਤ ਬਚਤ ਪ੍ਰਵਿਰਤੀ ਦੋਨੋਂ ਸੇਮ ਟੂ ਸੇਮ ਨੇ, ਬਸ ਜਿੱਥੇ ਤੁਸੀਂ ਆਪਣਾ ਲਿਖਦੇ ਹੁੰਦੇ ਸੀਗੇ ਸੀ, ਉਹਦੀ ਜਗ੍ਹਾ ਤੇ ਐਸ ਆਜੂ। ਜੇ ਮੰਨ ਲਓ ਮਾਰਜਨਲ ਪ੍ਰੋਪੈਂਸਿਟੀ ਟੂ ਸੇਵਿੰਗ ਯਾਨੀ ਕਿ MPS, ਐਸ ਮਤਲਬ ਸੇਵਿੰਗ, ਜਿੱਥੇ ਤੁਸੀਂ ਪਹਿਲਾਂ ਸੀ ਦੀ ਐਸ ਦੀ ਜਗ੍ਹਾ ਪਹਿਲਾਂ ਤੁਸੀਂ ਸੀ ਲਿਖਦੇ ਹੁੰਦੇ ਸੀ ਕੰਜ਼ੰਪਸ਼ਨ ਦੇ ਵਿੱਚ, ਹੁਣ ਤੁਸੀਂ ਕੀ ਲਿਖੋਗੇ, ਐਸ ਲਿਖੋਗੇ। ਠੀਕ ਹੈ ਜੀ, ਐਸ ਲਿਖੋਗੇ। ਹੁਣ ਮਾਰਜਨਲ ਪ੍ਰੋਪੈਂਸਿਟੀ ਟੂ ਸੇਵਿੰਗ ਕੀ ਹੋਊਗੀ, ਜਿੰਨਾ ਤੁਹਾਡੀ ਖਰਚ ਦੇ ਵਿੱਚ ਬਚਤ ਦੇ ਵਿੱਚ ਪਰਿਵਰਤਨ ਹੋ ਰਿਹਾ ਔਰ ਜਿੰਨਾ ਤੁਹਾਡੀ ਆਮਦਨ ਵਿੱਚ ਪਰਿਵਰਤਨ ਹੋ ਰਿਹਾ, ਇਹਦਾ ਅਨੁਪਾਤ ਕੱਢੋਗੇ। ਠੀਕ ਹੈ ਜੀ, ਔਰ ਕੰਜ਼ੰਪਸ਼ਨ ਦੇ ਵਿੱਚ ਕੀ ਹੁੰਦਾ ਸੀਗਾ, ਕੰਜ਼ੰਪਸ਼ਨ ਦੇ ਵਿੱਚ ਆਪਾਂ ਲਿਖ ਦਿੰਦੇ ਸੀਗੇ ਚੇਂਜ ਇਨ ਸੀ, ਚੇਂਜ ਇਨ ਵਾਈ। ਠੀਕ ਹੈ ਜੀ, ਹੁਣ ਜੇ ਆਪਾਂ ਨੇ ਪਤਾ ਕਰਨਾ MPS ਮਤਲਬ ਐਵਰੇਜ ਪ੍ਰੋਪੈਂਸਿਟੀ ਟੂ ਸੇਵਿੰਗ ਯਾਨੀ ਔਸਤ ਬਚਤ ਪ੍ਰਵਿਰਤੀ, ਔਸਤ ਬਚਤ ਪ੍ਰਵਿਰਤੀ। ਠੀਕ ਹੈ, ਇਹ ਪਤਾ ਕਰਨੀ ਹੋਵੇ ਤਾਂ ਸਿੱਧਾ ਸੇਵਿੰਗ ਬਟੇ ਆਮਦਨ। ਠੀਕ ਹੈ, ਔਰ ਇਹਦੇ ਵਿੱਚ ਕੀ ਹੁੰਦੇ ਸੀਗੀ, ਔਸਤ ਕੰਜ਼ੰਪਸ਼ਨ, ਪ੍ਰੋਪੈਂਸਿਟੀ ਟੂ ਕੰਜ਼ਿਊਮ, ਐਵਰੇਜ ਪ੍ਰੋਪੈਂਸਿਟੀ ਟੂ ਕੰਜ਼ਿਊਮ ਕਿੰਨੀ ਹੈ, ਇਹ ਸੀ ਬਟੇ ਵਾਈ ਪਤਾ ਕਰ ਦਿੰਦੇ ਸੀ। ਠੀਕ ਹੈ, ਇਹ ਮੈਂ ਤੁਹਾਨੂੰ ਇੱਕ ਵਾਰ ਸਾਰੇ ਜਿਹੜੇ 4 ਫਾਰਮੂਲੇ ਬਣਦੇ ਲਿਖ ਕੇ ਦੇ ਦਿੰਦੀ ਹਾਂ ਤੁਹਾਨੂੰ, ਤਾਂ ਇਹ ਕਨਫਿਊਜ਼ ਨਾ ਹੋਈਓ ਤੁਸੀਂ। ਜੇ ਤੁਸੀਂ ਇਹ ਫਾਰਮੂਲੇ ਨੂੰ ਸਮਝ ਗਏ ਨਾ ਤਾਂ ਤੁਸੀਂ ਇਹਦੀ ਡੈਫੀਨੇਸ਼ਨ ਆਸਾਨੀ ਨਾਲ ਸਮਝ ਜਾਓਗੇ। ਇਹ ਮੈਂ ਤੁਹਾਨੂੰ ਪੂਰਾ 4 ਜਿਹੜੇ ਬਣਦੇ ਨੇ ਫਾਰਮੂਲੇ ਲਿਖਤੇ ਕਿ ਮਾਰਜਨਲ ਪ੍ਰੋਪੈਂਸਿਟੀ ਟੂ ਸੇਵਿੰਗ ਕੀ ਹੁੰਦੀ ਆ, ਜਿਹੜਾ ਚੇਂਜ ਹੁੰਦਾ ਗਾ ਸੇਵਿੰਗ ਦੇ ਵਿੱਚ ਬਟੇ ਆਮਦਨ ਵਿੱਚ ਪਰਿਵਰਤਨ। ਠੀਕ ਹੈ, ਔਰ ਜੋ ਮਾਰਜਨਲ ਪ੍ਰੋਪੈਂਸਿਟੀ ਟੂ ਕੰਜ਼ਿਊਮ ਹੁੰਦਾ ਗਾ ਉਹਦੇ ਵਿੱਚ ਕੰਜ਼ਿਊਮ ਵਾਲਾ ਲਵਾਂਗੇ ਕਿ ਕਿੰਨਾ ਕੰਜ਼ਿਊਮ ਵਿੱਚ ਪਰਿਵਰਤਨ ਹੋਇਆ। ਠੀਕ ਹੈ, ਔਰ ਐਵਰੇਜ ਦੇ ਵਿੱਚ ਸਿੱਧਾ ਕੁੱਲ ਬਚਤ ਬਟੇ ਕੁੱਲ ਆਮਦਨ ਔਰ ਕੰਜ਼ੰਪਸ਼ਨ ਦੇ ਵਿੱਚ ਕੁੱਲ ਖਰਚ ਬਟੇ ਆਮਦਨ। ਠੀਕ ਹੈ ਜੀ, ਇਹ ਜਦ ਤੁਸੀਂ ਪਤਾ ਚੱਲ ਜੂਗਾ ਤੁਹਾਨੂੰ, ਇਹ ਦਿਮਾਗ 'ਚ ਰੱਖ ਲਓਗੇ ਤਾਂ ਤੁਹਾਡੇ ਲਈ ਜਿਹੜਾ ਇਹ ਕੁਐਸਚਨ ਆਨਸਰ ਹੈ ਇਹ 4 ਕੁਐਸਚਨ ਤੁਹਾਨੂੰ ਯਾਦ ਹੀ ਨਹੀਂ ਕਰਨੇ ਪੈਣਗੇ, ਅਗਰ ਜੇ ਤੁਹਾਡੇ ਡਾਇਗਰਾਮ ਜਿਹੜੀ ਮਤਲਬ ਜੋ ਇਹ ਫਾਰਮੂਲਾ ਹੈ ਤੁਹਾਡੇ ਦਿਮਾਗ 'ਚ ਫਿੱਟ ਹੋ ਗਿਆ ਤਾਂ। ਠੀਕ ਹੈ ਜੀ, ਤੁਹਾਡੀ ਗਾਈਡ ਦੇ ਵਿੱਚ ਅਗਰ ਇਹ ਫਾਰਮੂਲੇ ਜਿਹੜੇ ਨਹੀਂ ਲਿਖੇ ਹੋਏ ਤੁਸੀਂ ਲਿਖ ਸਕਦੇ ਹੋ ਪੇਪਰ ਦੇ ਵਿੱਚ, ਤਾਂ ਜੋ ਪੂਰੇ ਵਧੀਆ ਮਾਰਕਸ ਆ ਸਕਦੇ ਨੇ ਤੁਹਾਨੂੰ, ਕਿ ਪਤਾ ਚੱਲ ਜਾਊ ਵੀ ਬੱਚੇ ਨੂੰ ਆਂਦਾ ਆ ਇਹ। ਠੀਕ ਹੈ ਜੀ, ਨਿਵੇਸ਼ ਕੀ ਹੁੰਦਾ, ਹੁਣ ਨਿਵੇਸ਼ ਪੁੱਛ ਲੈਣ ਜਾਂ ਪੂੰਜੀ ਨਿਰਮਾਣ ਪੁੱਛ ਲੈਣ, ਪਰ ਕੈਪੀਟਲ ਫਾਰਮੇਸ਼ਨ ਪੁੱਛ ਲੈਣ ਜਾਂ ਇਨਵੈਸਟਮੈਂਟ ਪੁੱਛ ਲੈਣ, ਦੋਨੇ ਇੱਕ ਹੁੰਦੀ ਆ। ਇੱਕ ਲੇਖਾ ਸਾਲ ਦੇ ਵਿੱਚ ਉਤਪਾਦਨ ਦੇ ਉਪਭੋਗ ਦੇ ਤੇ ਵਾਧਾ ਨਿਵੇਸ਼ ਹੁੰਦਾ ਹੈ, ਯਾਨੀ ਉਤਪਾਦਨ ਜੋ ਕੀਤਾ ਜਾਂਦਾ ਗਾ ਉਹਦੇ ਜਦੋਂ ਆਪਾਂ ਵਰਤੋਂ ਉਹਦਾ ਉਤਪਾਦਨ ਦੀ ਵਰਤੋਂ ਦੇ ਵਿੱਚ ਜਦੋਂ ਵਾਧਾ ਹੋਊਗਾ, ਯਾਨੀ ਕਿ ਐਂ ਕਹਿ ਸਕਦੇ ਆ ਪੂੰਜੀ ਦੇ ਵਿੱਚ ਹੋਣ ਵਾਲੇ ਵਾਧੇ ਨੂੰ ਨਿਵੇਸ਼ ਕਿਹਾ ਜਾਂਦਾ ਗਾ। ਠੀਕ ਹੈ ਜੀ, ਨੈਕਸਟ ਆਪਾਂ ਨੇ ਟਾਈਪਸ ਪੜ੍ਹੀਆਂ ਸੀਗੀਆਂ ਬੁੱਕਸ ਦੇ ਵਿੱਚ। ਪ੍ਰੇਰਿਤ ਨਿਵੇਸ਼ ਕੀ ਹੁੰਦਾ, ਸਵੈਚਲਿਤ ਨੂੰ ਪ੍ਰੇਰਿਤ ਜਿੱਤੋਂ ਆਪਾਂ ਪ੍ਰੇਰਿਤ ਹੁੰਦੇ ਹਾਂ। ਹੁਣ ਜਿਹੜਾ ਪ੍ਰੇਰਿਤ ਹੋਵੇਗਾ ਉਹ ਕੀ ਤੇ ਡਿਪੈਂਡ ਹੋਊਗਾ, ਲਾਭ ਦੇ ਉੱਤੇ ਡਿਪੈਂਡ ਹੋਊਗਾ ਕਿ ਤੁਹਾਨੂੰ ਪ੍ਰੇਰਿਤ ਕਰੂਗਾ ਵੀ ਲਾਭ ਹੋ ਰਿਹਾ ਤਾਂ ਇਨਵੈਸਟਮੈਂਟ ਕਰ। ਠੀਕ ਹੈ ਜੀ, ਤਾਂ ਲਾਭ ਤੇ ਡਿਪੈਂਡ ਕਰੂਗਾ ਔਰ ਆਮਦਨ ਤੇ ਡਿਪੈਂਡ ਕਰੂਗਾ। ਠੀਕ ਹੈ ਜੀ, ਉਹ ਪ੍ਰੇਰਿਤ ਨਿਵੇਸ਼ ਹੁੰਦਾ। ਔਰ ਇਹ ਕੌਣ ਇਨਵੈਸਟਮੈਂਟ ਕਰਦਾ, ਪ੍ਰਾਈਵੇਟ ਸੈਕਟਰ ਲੋਕ ਕਰਦੇ ਨੇ। ਠੀਕ ਹੈ, ਕਿਉਂਕਿ ਉਹਨਾਂ ਦਾ ਮੇਨ ਮੋਟਿਵ ਕੀ ਹੁੰਦਾ, ਪ੍ਰੋਫਿਟ ਕਮਾਉਣਾ। ਔਰ ਸਵੈਚਲਿਤ ਨਿਵੇਸ਼, ਇਹਨੂੰ ਇੰਗਲਿਸ਼ ਵਿੱਚ ਕਹਿੰਦੇ ਆ ਆਟੋਨੋਮਸ ਇਨਵੈਸਟਮੈਂਟ। ਇਹ ਕੌਣ ਕਰਦੀ ਹੈ, ਗਵਰਨਮੈਂਟ ਕਰਦੀ ਆ। ਇਹ ਕਿਹਦੇ ਤੋਂ ਸੁਤੰਤਰ ਹੁੰਦੀ ਹੈ, ਲਾਭ ਤੋਂ ਸੁਤੰਤਰ ਹੁੰਦੀ ਆ। ਠੀਕ ਹੈ ਜੀ, ਇਹ ਲਾਭ ਦੇ ਉੱਤੇ ਡਿਪੈਂਡ ਨਹੀਂ ਕਰਦੀ। ਨੈਕਸਟ ਹੈ ਆਪਣਾ ਕੈਪੀਟਲ ਫਾਰਮੇਸ਼ਨ, ਉਹੀ ਪੂੰਜੀ ਨਿਰਮਾਣ ਕੀ ਹੁੰਦੀ ਹੈ, ਪੂੰਜੀ ਵਿੱਚ ਹੋਣ ਵਾਲੇ ਵਾਧੇ ਨੂੰ ਹੀ ਪੂੰਜੀ ਨਿਰਮਾਣ ਕਿਹਾ ਜਾਂਦਾ ਹੈ ਔਰ ਇਨਵੈਸਟਮੈਂਟ ਵੀ ਕਿਹਾ ਜਾਂਦਾ। ਠੀਕ ਹੈ, ਹੁਣ ਨੈਕਸਟ ਕੀ ਹੈ, ਛੁਪੀ ਹੋਈ ਬੇਰੁਜ਼ਗਾਰੀ ਕੀ ਹੁੰਦੀ ਹੈ। ਛੁਪੀ ਮਤਲਬ ਛੁਪੀ ਹੋਈ ਆ ਬੇਰੁਜ਼ਗਾਰੀ, ਪਰ ਆਪਾਂ ਨੂੰ ਦਿਖਦੀ ਨਹੀਂ। ਬੇਰੁਜ਼ਗਾਰੀ ਹੈਗੀ ਆ ਪਰ ਆਪਾਂ ਨੂੰ ਦਿਖਦੀ ਨਹੀਂ, ਛੁਪੀ ਹੋਈ ਆ। ਠੀਕ ਹੈ ਜੀ, ਅਧਿਕ ਜਾਂ ਛੁਪੀ ਹੋਈ ਬੇਰੁਜ਼ਗਾਰੀ ਤੋਂ ਭਾਵ ਹੈ ਕਿਸੇ ਵਿਸ਼ੇਸ਼ ਆਰਥਿਕ ਖੇਤਰ ਦੇ ਵਿੱਚ, ਯਾਨੀ ਕਿ ਵਿਸ਼ੇਸ਼ ਆਰਥਿਕ ਖੇਤਰ ਯਾਨੀ ਕਿ ਮੰਨ ਲਓ ਕੋਈ ਖੇਤੀ ਖੇਤਰ ਹੈ ਜਾਂ ਫਿਰ ਕੋਈ ਉਤਪਾਦਨ ਵਾਲਾ ਖੇਤਰ, ਫੈਕਟਰੀ ਹੈ ਕੋਈ, ਉਹਦੇ ਵਿੱਚ ਉਤਪਾਦਨ ਦੇ ਲਈ ਆਪਾਂ ਖੇਤੀ ਦੇ ਵਿੱਚ ਉਤਪਾਦਨ ਕਰਦੇ ਹਾਂ ਤਾਂ ਉਤਪਾਦਨ ਦੇ ਲਈ ਲੋੜ ਤੋਂ ਵੱਧ ਮਜ਼ਦੂਰਾਂ ਦਾ ਲੱਗੇ ਹੋਣਾ ਹੀ ਛੁਪੀ ਹੋਈ ਬੇਰੁਜ਼ਗਾਰੀ ਹੁੰਦੀ ਹੈ। ਠੀਕ ਹੈ ਜੀ, ਤੇ ਬੜੇ ਕੁਐਸਚਨ ਦੇ ਵਿੱਚ ਆਪਾਂ ਇਹਦੀ ਐਗਜ਼ਾਮਪਲ ਵੀ ਪੜ੍ਹ ਲਾਂਗੇ, ਤੁਹਾਨੂੰ ਹੋਰ ਕਲੀਅਰ ਹੋ ਜਾਊਗਾ। ਠੀਕ ਹੈ ਜੀ, ਨਹੀਂ ਤਾਂ ਤੁਸੀਂ ਜਿਹੜਾ ਛੁਪੀ ਹੋਈ ਜੋ ਡਿਸਟ੍ਰੀਬਿਊਟਿੰਗਸ ਇਨ ਅਨਇੰਪਲੋਇਮੈਂਟ ਹੈ ਉਹ ਵਾਲਾ ਚੈਪਟਰ ਤੁਸੀਂ ਪਾਰਟ ਪੜ੍ਹ ਲਿਓ, ਉਹ ਦੇਖ ਲਿਓ ਵੀਡੀਓ, ਤੁਹਾਨੂੰ ਸਮਝ ਆ ਜਾਊਗਾ। ਠੀਕ ਹੈ ਜੀ, ਪੂਰਨ ਰੁਜ਼ਗਾਰ ਦੀ ਪਰਿਭਾਸ਼ਾ ਦਿਓ। ਪੂਰਨ ਰੁਜ਼ਗਾਰ ਕੀ ਹੁੰਦਾ, ਵਾਟ ਇਜ਼ ਫੁੱਲ ਇੰਪਲੋਇਮੈਂਟ ਜਿਹਦੇ ਵਿੱਚ ਸਾਰੇ ਜਿਹੜੇ ਵੀ ਵਿਅਕਤੀ ਹੁੰਦੇ ਨੇ ਉਹ ਕੀ ਨੇ, ਮਜ਼ਦੂਰੀ ਦੀ ਪ੍ਰਚਲਿਤ ਦਰ ਉੱਤੇ। ਮਜ਼ਦੂਰੀ ਦੀ ਪ੍ਰਚਲਿਤ ਦਰ ਕਿਹੜੀ ਹੁੰਦੀ ਹੈ, ਜੋ ਮਾਰਕੀਟ ਦੇ ਵਿੱਚ ਅਵੇਲੇਬਲ ਆ, ਜੋ ਵੇਜ ਰੇਟ ਲੋਕਾਂ ਨੂੰ ਮਜ਼ਦੂਰਾਂ ਨੂੰ ਦਿੱਤਾ ਜਾ ਰਿਹਾ, ਉਹ ਮਜ਼ਦੂਰੀ ਦੀ ਦਰ ਉੱਤੇ ਕੰਮ ਕਰਨ ਲਈ ਤਿਆਰ ਹਨ ਅਤੇ ਬਿਨਾਂ ਕਿਸੇ ਮੁਸ਼ਕਿਲ ਦੇ ਕੰਮ ਪ੍ਰਾਪਤ ਕਰ ਲੈਂਦੇ ਨੇ, ਉਹਨੂੰ ਆਪਾਂ
ਆਪਾਂ ਕੀ ਕਹਿੰਦੇ ਆ ਫੁੱਲ ਇੰਪਲੋਇਮੈਂਟ, ਜਿਹਦੇ ਵਿੱਚ ਨਾ ਕੋਈ ਵੀ ਸਾਧਨ ਕੀ ਹੁੰਦਾ ਬੇਰੁਜ਼ਗਾਰ ਨਹੀਂ ਹੁੰਦਾ। ਠੀਕ ਹੈ ਜੀ। ਨੈਕਸਟ ਕੁਐਸਚਨ ਆ ਜਾਂਦਾ ਆਪਣਾ 13, ਮੁਦਰਾ ਸਫੀਤੀ ਤੋਂ ਕੀ ਭਾਵ ਹੈ? ਮੁਦਰਾ ਸਫੀਤੀ ਜੋ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ, ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਨੂੰ ਹੀ ਇਨਫਲੇਸ਼ਨ ਕਿਹਾ ਜਾਂਦਾ। ਇੰਗਲਿਸ਼ ਦੇ ਵਿੱਚ ਇਹਨੂੰ ਕੀ ਕਹਿੰਦੇ ਆ ਇਨਫਲੇਸ਼ਨ ਕਹਿੰਦੇ ਆ। ਠੀਕ ਹੈ ਜੀ। ਨਾਲ ਦੇ ਨਾਲ ਇੰਗਲਿਸ਼ ਵਰਡ ਵੀ ਯੂਜ਼ ਕਰਦੇ ਚੱਲੋ ਤਾਂ ਥੋੜੀ ਵੋਕੈਬਲਰੀ ਤੇ ਵਧੂਗੀ। ਬਾਅਦ ਦੇ ਵਿੱਚ ਤੁਸੀਂ ਕੋਈ ਇਕਨੋਮਿਕਸ ਦੇ ਨਾਲ ਰਿਲੇਟਡ ਕੋਈ ਟੈਸਟ ਵਗੈਰਾ ਦਿੰਦੇ ਹੋ ਤਾਂ ਉੱਥੇ ਤੁਹਾਨੂੰ ਹੈਲਪਫੁਲ ਵੀ ਹੋਊਗਾ ਤੁਹਾਨੂੰ ਇਹ ਸਮਝਣ ਦੇ ਵਿੱਚ। ਠੀਕ ਹੈ ਜੀ। ਨੈਕਸਟ ਕੀ ਹੈ ਮੁਦਰਾ ਦੀ ਪੂਰਤੀ ਤੋਂ ਕੀ ਭਾਵ ਹੁੰਦੀ ਹੈ? ਮੁਦਰਾ ਦੀ ਪੂਰਤੀ ਮਤਲਬ ਸਪਲਾਈ ਆਫ ਮਨੀ ਕੀ ਹੁੰਦੀ ਹੈ? ਜਿਸ ਨਿਸ਼ਚਿਤ ਸਮੇਂ ਦੇ ਵਿੱਚ ਮੁਦਰਾ ਦੀ ਕੁੱਲ ਜਿੰਨੀ ਮਾਤਰਾ ਉਪਲਬਧ ਹੁੰਦੀ ਹੈ ਉਸ ਨੂੰ ਹੀ ਮੁਦਰਾ ਦੀ ਪੂਰਤੀ ਕਿਹਾ ਜਾਂਦਾ। ਯਾਨੀ ਪੂਰਤੀ ਮਤਲਬ ਜਿੰਨਾ ਮਾਰਕੀਟ ਦੇ ਵਿੱਚ ਹੈਗਾ ਅਵੇਲੇਬਲ ਉਹਨੂੰ ਹੀ ਕੀ ਕਹਾਂਗੇ ਮੁਦਰਾ ਦੀ ਪੂਰਤੀ। ਯਾਨੀ ਇੱਕ ਨਿਸ਼ਚਿਤ ਸਮੇਂ ਦੇ ਵਿੱਚ ਜਿੰਨੀ ਮੁਦਰਾ ਦੀ ਮਾਤਰਾ ਅਵੇਲੇਬਲ ਹੈ। ਠੀਕ ਹੈ ਜੀ। ਘਾਟੇ ਦੀ ਵਿੱਤ ਵਿਵਸਥਾ ਤੋਂ ਕੀ ਭਾਵ ਹੈ? ਮੈਂ ਤੁਹਾਨੂੰ ਕਿਹਾ ਸੀ ਘਾਟਾ ਪੈ ਜਾਊਗਾ, ਵਿੱਤ ਦੀ ਵਿਵਸਥਾ ਕਰ ਲੂਗੀ। ਕੌਣ ਕਰੂਗੀ? ਇਹ ਗਵਰਨਮੈਂਟ ਕਰੂਗੀ। ਵਿੱਤ ਵਿਵਸਥਾ, ਵਿੱਤ ਮਤਲਬ ਪੈਸਾ, ਵਿਵਸਥਾ ਮਤਲਬ ਅਰੇਂਜਮੈਂਟ ਕਰਨਾ। ਠੀਕ ਹੈ ਜੀ। ਘਾਟੇ ਤੋਂ ਆਮਦਨ ਤੋਂ ਖਰਚ ਵੱਧ ਹੁੰਦੇ। ਹੁਣ ਘਾਟਾ ਕਦੋਂ ਹੋਊਗਾ? ਜਦੋਂ ਆਮਦਨ ਉਹਦੀ ਘਟ ਜੂਗੀ। ਆਮਦਨ ਤੋਂ ਜਦੋਂ ਖਰਚ ਵੱਧ ਜੂਗਾ ਤਦ ਪੂਰਤੀ ਲਈ ਜਿਹੜੀ ਘਾਟੇ ਦੀ ਪੂਰਤੀ ਲਈ ਮਨ ਘਾਟੇ ਨੂੰ ਪੂਰਾ ਕਰਨ ਦੇ ਲਈ ਕੀ ਕਰਨਗੇ? ਮੁਦਰਾ ਨੂੰ ਜਾਰੀ ਕਰਨਾ ਹੀ ਕੀ ਕਹਾਊਗਾ? ਘਾਟੇ ਦੀ ਵਿੱਤ ਵਿਵਸਥਾ। ਇਸ ਦੇ ਵਿੱਚ ਉਹ ਕੀ ਕਰੂਗੀ? ਰਿਜ਼ਰਵ ਬੈਂਕ ਤੋਂ ਕਰਜ਼ੇ ਲਊਗੀ ਤੇ ਰਿਜ਼ਰਵ ਬੈਂਕ ਕਿਵੇਂ ਪੂਰਾ ਕਰੂਗੀ? ਨਵੇਂ ਨੋਟ ਛਾਪ ਕੇ। ਠੀਕ ਹੈ ਜੀ। ਨੈਕਸਟ ਕੁਐਸਚਨ ਆਪਾਂ ਨੇ 16, ਭਾਰਤ ਵਿੱਚ ਗਰੀਬੀ ਰੇਖਾ ਤੋਂ ਹੇਠਾਂ ਕਿਹੜੇ ਲੋਕ ਨੂੰ ਮੰਨਿਆ ਜਾਂਦਾ ਹੈ? ਗਰੀਬੀ ਰੇਖਾ ਮੈਂ ਤੁਹਾਨੂੰ ਕੀ ਕਿਹਾ ਸੀਗਾ? ਗਰੀਬੀ ਨੂੰ ਮਾਪਣ ਦੇ ਲਈ ਕੀ ਯੂਜ਼ ਕੀਤਾ ਜਾਂਦਾ? ਗਰੀਬੀ ਰੇਖਾ ਯੂਜ਼ ਕੀਤੀ ਜਾਂਦੀ ਹੈ। ਯੋਜਨਾ ਆਯੋਗ, ਯੋਜਨਾ ਆਯੋਗ ਮਤਲਬ ਯੋਜਨਾਵਾਂ ਬਣਾਈਆਂ ਜਾਂਦੀਆਂ ਨੇ ਤਾਂ ਜੋ ਤਰੱਕੀ ਕੀਤੀ ਜਾ ਸਕੇ। ਠੀਕ ਹੈ। ਤਾਂ 5 ਸਾਲਾ ਯੋਜਨਾਵਾਂ ਬਣਾਈਆਂ ਸੀਗੀਆਂ। ਸਭ ਤੋਂ ਪਹਿਲੀ 5 ਸਾਲਾ ਯੋਜਨਾ ਕਦੋਂ ਬਣੀ ਸੀ? ਮੈਂ ਤੁਹਾਨੂੰ ਦੱਸਿਆ ਸੀਗਾ 1951 ਤੋਂ 1956 ਤੱਕ। ਠੀਕ ਹੈ ਜੀ। ਯੋਜਨਾ ਆਯੋਗ ਨੇ ਇਹ ਨਿਰਧਾਰਿਤ ਕੀਤਾ ਹੈ ਕਿ ਜਿਹੜੇ ਸ਼ਹਿਰੀ ਲੋਕਾਂ ਨੂੰ ਯੋਜਨਾ ਆਯੋਗ ਦੇ ਜਿਹੜੇ ਮੈਂਬਰ ਨੇ ਉਹਨਾਂ ਨੇ ਇਹ ਨਿਰਧਾਰਿਤ ਕੀਤਾ, ਇਹ ਤੈਅ ਕੀਤਾਗਾ ਕਿ ਸ਼ਹਿਰੀ ਲੋਕਾਂ ਨੂੰ ਅਗਰ ਜੇ ਪ੍ਰਤੀ ਦਿਨ ਯਾਨੀ ਹਰ ਰੋਜ਼ 2000 ਕੈਲੋਰੀ ਵਾਲਾ ਭੋਜਨ ਅਤੇ ਜਿਹੜੇ ਪਿੰਡਾਂ ਦੇ ਲੋਕ ਨੇ ਉਹਨਾਂ ਨੂੰ ਹਰ ਰੋਜ਼ 2400 ਕੈਲੋਰੀ ਵਾਲਾ ਭੋਜਨ ਪ੍ਰਾਪਤ ਨਹੀਂ ਹੁੰਦਾ ਤਾਂ ਉਹ ਗਰੀਬੀ ਰੇਖਾ ਦੇ ਹੇਠਾਂ ਮੰਨੇ ਜਾਣਗੇ। ਯਾਨੀ ਸ਼ਹਿਰਾਂ ਦੇ ਵਿੱਚ ਜ਼ਿਆਦਾ ਕੈਲੋਰੀ ਵਾਲਾ ਭੋਜਨ ਮਿਲਣਾ ਚਾਹੀਦਾ, ਘੱਟ ਕੈਲੋਰੀ ਵਾਲਾ ਭੋਜਨ ਮਿਲਣਾ ਚਾਹੀਦਾ ਔਰ ਸ਼ਹਿਰਾਂ ਦੇ ਵਿੱਚ ਸੌਰੀ ਗਲਤ ਕਹਿ ਗਈ, ਪਿੰਡਾਂ ਦੇ ਵਿੱਚ 2000 ਸ਼ਹਿਰਾਂ ਦੇ ਵਿੱਚ 2000 ਮਿਲਣਾ ਚਾਹੀਦਾ ਗਾ ਔਰ ਪਿੰਡਾਂ ਦੇ ਵਿੱਚ ਕੀ ਮਿਲਣਾ ਚਾਹੀਦਾ? 2400 ਮਿਲਣਾ ਚਾਹੀਦਾ ਕੈਲੋਰੀ ਵਾਲਾ ਭੋਜਨ। ਠੀਕ ਹੈ। ਤਾਂ ਜੋ ਕਿ ਉਹ ਗਰੀਬੀ ਰੇਖਾ ਦੇ ਹੇਠਾਂ ਨਹੀਂ ਮੰਨੇ ਜਾਣਗੇ ਅਗਰ ਜੇ ਇੰਨਾ ਮਿਲ ਰਿਹਾ ਉਹਨਾਂ ਨੂੰ। ਤਾਂ ਇੰਨੀਆਂ ਕੈਲੋਰੀ ਦਾ ਭੋਜਨ ਪ੍ਰਾਪਤ ਕਰਨ ਲਈ 2013-14 ਦੀਆਂ ਕੀਮਤਾਂ ਦੇ ਆਧਾਰ ਤੇ ਪ੍ਰਤੀ ਵਿਅਕਤੀ ਮਾਸਿਕ ਆਮਦਨ, ਹੁਣ ਇਹ ਤਾਂ ਹੋ ਗਿਆ ਭੋਜਨ ਮਿਲਦਾ, ਹੁਣ ਇਹਨੂੰ ਜਦੋਂ ਪੈਸੇ ਦੇ ਵਿੱਚ ਕਨਵਰਟ ਕੀਤਾ ਗਿਆ ਤਾਂ ਉਸ ਸਮੇਂ ਜੋ 2013 ਔਰ 14 ਦੇ ਵਿੱਚ ਕੀਮਤਾਂ ਸੀਗੀਆਂ ਵਸਤੂਆਂ ਦੀਆਂ ਉਹਦੇ ਆਧਾਰ ਤੇ ਪ੍ਰਤੀ ਜੋ ਬੰਦੇ ਦੀ ਆਮਦਨ ਹੈ, ਪਿੰਡ ਦੇ ਵਿੱਚ ਆਮਦਨ ਕਿੰਨੀ ਹੋਣੀ ਚਾਹੀਦੀ ਹੈ ਲੋਕਾਂ ਦੀ? 1972 ਹੋਣੀ ਚਾਹੀਦੀ ਹੈ ਤੇ ਸ਼ਹਿਰ ਦੇ ਵਿੱਚ 1407 ਹੋਣੀ ਚਾਹੀਦੀ ਹੈ। ਠੀਕ ਹੈ। ਪਹਿਲਾਂ ਤਾਂ ਭੋਜਨ ਦੇ ਵਿੱਚ ਦੱਸ ਵੀ ਇੰਨਾ ਭੋਜਨ ਮਿਲਣਾ ਚਾਹੀਦਾ ਸ਼ਹਿਰਾਂ ਦੇ ਵਿੱਚ ਔਰ ਇੰਨਾ ਭੋਜਨ ਮਿਲਣਾ ਚਾਹੀਦਾ ਪਿੰਡਾਂ ਦੇ ਵਿੱਚ। ਠੀਕ ਹੈ। ਫਿਰ ਉਹਨੂੰ ਜੋ ਉਸ ਸਮੇਂ ਦੀ ਜਿਸ ਸਮੇਂ ਦੀ ਜਨਗਣਨਾ ਕੀਤੀ ਗਈ ਆ ਤਾਂ ਉਸ ਸਮੇਂ ਦੇ ਵਿੱਚ ਜੋ ਕੀਮਤਾਂ ਸੀਗੀਆਂ ਉਸ ਕੀਮਤ ਦੇ ਉੱਤੇ ਜਿਹੜੀ ਲੋਕਾਂ ਦੀ ਆਮਦਨ ਸ਼ਹਿਰਾਂ ਦੇ ਵਿੱਚ ਇੰਨੀ ਹੋਣੀ ਚਾਹੀਦੀ ਔਰ ਪਿੰਡਾਂ ਦੇ ਵਿੱਚ ਇੰਨੀ ਹੋਣੀ ਚਾਹੀਦੀ ਔਰ ਸ਼ਹਿਰਾਂ ਦੇ ਵਿੱਚ ਇੰਨੀ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਹੁਣ ਨੈਕਸਟ ਕੁਐਸਚਨ ਕੀ ਹੈ? ਵਿਦੇਸ਼ੀ ਸਹਾਇਤਾ ਤੋਂ ਕੀ ਭਾਵ ਹੈ? ਵਾਟ ਇਜ਼ ਫੋਰਨ ਏਡ। ਠੀਕ ਹੈ। ਫੋਰਨ ਏਡ ਕੀ ਹੁੰਦੀ ਹੈ? ਵਿਦੇਸ਼ੀ ਸਹਾਇਤਾ ਤੋਂ ਭਾਵ ਹੈ ਕਿਸੇ ਦੇਸ਼ ਵਿੱਚ ਵਿਦੇਸ਼ੀ ਸਰਕਾਰ, ਨਿੱਜੀ ਵਿਅਕਤੀ, ਮੈਂ ਵਿਦੇਸ਼ੀ ਸਰਕਾਰ ਦੁਆਰਾ ਹੈਲਪ ਹੋ ਸਕਦੀ ਹੈ, ਨਿੱਜੀ ਵਿਅਕਤੀਆਂ ਦੁਆਰਾ, ਪੇਸ਼ਾਵਰ ਸੰਗਠਨਾਂ ਦੁਆਰਾ, ਵਿਦੇਸ਼ੀ ਬੈਂਕਾਂ, ਅੰਤਰਰਾਸ਼ਟਰੀ ਸੰਸਥਾਵਾਂ ਦੁਆਰਾ ਪੂੰਜੀ ਦੇ ਨਿਵੇਸ਼ ਯਾਨੀ ਜੋ ਪੂੰਜੀ ਦਾ ਨਿਵੇਸ਼ ਕਰਨ ਜਾਂ ਕਰਜ਼ੇ ਦੇਣਗੇ ਜਾਂ ਅਨੁਦਾਨ ਮਤਲਬ ਜੋ ਦਾਨ ਕਰਨਗੇ ਉਹਨੂੰ ਕੀ ਕਿਹਾ ਜਾਂਦਾ ਹੈ? ਵਿਦੇਸ਼ੀ ਸਹਾਇਤਾ। ਯਾਨੀ ਜੋ ਵਿਦੇਸ਼ਾਂ ਤੋਂ ਆਪਾਂ ਨੂੰ ਸਹਾਇਤਾ ਦੇ ਰੂਪ ਵਿੱਚ ਪ੍ਰਾਪਤ ਹੁੰਦੀ ਹੈ। ਠੀਕ ਹੈ ਜੀ। ਭੁਗਤਾਨ ਸੰਤੁਲਨ ਦੀ ਪਰਿਭਾਸ਼ਾ ਦਿਓ। ਭੁਗਤਾਨ ਸੰਤੁਲਨ ਕੀ ਹੁੰਦਾ ਗਾ? ਇੱਕ ਹੁਣ ਭੁਗਤਾਨ ਸੰਤੁਲਨ, ਹੁਣ ਇਹਦੇ ਵਿੱਚ ਆਯਾਤ ਨਿਰਯਾਤ ਸ਼ਾਮਿਲ ਹੁੰਦਾ ਗਾ। ਇੱਕ ਦੇਸ਼ ਦੀ ਦੁਨੀਆ ਦੇ ਦੂਸਰੇ ਦੇਸ਼ਾਂ ਨਾਲ ਇੱਕ ਸਾਲ ਦੇ ਵਿੱਚ ਜੋ ਲੈਣਦਾਰੀ ਹੁੰਦੀ ਹੈ ਤੇ ਜੋ ਦੇਣਦਾਰੀ ਹੁੰਦੀ ਹੈ ਉਸਦੇ ਲੇਖਾ ਮਤਲਬ ਕੀ ਹੁੰਦਾ ਗਾ? ਹਿਸਾਬ ਕਿਤਾਬ। ਉਸਦੇ ਹਿਸਾਬ ਕਿਤਾਬ ਨੂੰ ਹੀ ਆਪਾਂ ਭੁਗਤਾਨ ਸੰਤੁਲਨ ਕਹਿੰਦੇ ਹਾਂ। ਹੁਣ ਗਲੋਬਲਾਈਜੇਸ਼ਨ ਹੋਣ ਦੇ ਨਾਲ ਆਪਾਂ ਇੰਡੀਆ ਤੋਂ ਅਮਰੀਕਾ ਚੀਜ਼ਾਂ ਭੇਜ ਸਕਦੇ ਹਾਂ, ਅਮਰੀਕਾ ਤੋਂ ਇੰਡੀਆ ਮੰਗਵਾ ਸਕਦੇ ਹਾਂ, ਇੰਡੀਆ ਤੋਂ ਜਾਪਾਨ ਭੇਜ ਸਕਦੇ ਹਾਂ, ਜਾਪਾਨ ਤੋਂ ਆਪਾਂ ਇੰਡੀਆ ਵੀ ਮੰਗਵਾ ਸਕਦੇ ਹਾਂ। ਤਾਂ ਇਹਦਾ ਜੋ ਹਿਸਾਬ ਕਿਤਾਬ ਰੱਖਿਆ ਜਾਂਦਾ ਗਾ ਇਸ ਨੂੰ ਹੀ ਆਪਾਂ ਭੁਗਤਾਨ ਸੰਤੁਲਨ ਕਹਿੰਦੇ ਹਾਂ। ਠੀਕ ਹੈ ਜੀ।
ਨੈਕਸਟ ਕੁਐਸਚਨ ਕੀ ਆ ਜਾਂਦਾ ਗਾ 19th ਕੁਐਸਚਨ ਆ ਜਾਂਦਾ ਆਪਣਾ ਕਿ ਮੌਦਰਿਕ ਨੀਤੀ ਤੋਂ ਕੀ ਭਾਵ ਹੈ। ਮੋਨੇਟਰੀ ਪਾਲਿਸੀ ਕੀ ਹੁੰਦੀ ਆ, ਠੀਕ ਹੈ ਜੀ। ਮੋਨੇਟਰੀ ਪਾਲਿਸੀ ਉਹ ਨੀਤੀ ਹੈ ਜਿਸ ਦੁਆਰਾ ਕਿਸੇ ਦੇਸ਼ ਦਾ ਕੇਂਦਰੀ ਬੈਂਕ, ਇਸ ਦੇ ਵਿੱਚ ਦੇਸ਼ ਦਾ ਕੇਂਦਰੀ ਬੈਂਕ ਜਾਂ ਫਿਰ ਸਰਕਾਰ ਵਿਸ਼ੇਸ਼ ਟੀਚਿਆਂ ਦੀ ਪ੍ਰਾਪਤੀ ਦੇ ਲਈ ਮੁਦਰਾ ਦੀ ਪੂਰਤੀ, ਮੁਦਰਾ ਦੀ ਲਾਗਤ, ਮੁਦਰਾ ਦੀ ਵਿਆਜ ਦਰ ਅਤੇ ਮੁਦਰਾ ਦੀ ਉਪਲਬਧੀ ਨੂੰ ਕੀ ਕਰਦਾ, ਕੰਟਰੋਲ ਕਰਕੇ ਰੱਖਦਾ ਗਾ, ਠੀਕ ਹੈ ਜੀ। ਵਿਸ਼ੇਸ਼ ਟੀਚੇ ਕੀ ਹੁੰਦੇ ਨੇ, ਪੂਰਨ ਰੁਜ਼ਗਾਰ ਲੈ ਕੇ ਆਉਣਾ, ਕੀਮਤਾਂ ਦੇ ਵਿੱਚ ਸਥਿਰਤਾ ਲੈ ਕੇ ਆਉਣੀ ਔਰ ਆਰਥਿਕ ਵਿਕਾਸ ਕਰਨਾ, ਠੀਕ ਹੈ ਜੀ। ਇਹ ਦੋਨਾਂ ਦੇ ਵਿੱਚ ਕਨਫਿਊਜ਼ ਕਦੇ ਨਾ ਹੋਈਓ। ਮੋਨੇਟਰੀ ਪਾਲਿਸੀ ਕੀ ਹੁੰਦੀ ਆ, ਤੁਹਾਨੂੰ ਪਤਾ ਚੱਲ ਗਿਆ। ਰਾਜਕੋਸ਼ੀ ਨੀਤੀ ਕੀ ਹੁੰਦੀ ਆ, ਯਾਨੀ ਫਿਜ਼ੀਕਲ ਪਾਲਿਸੀ ਕੀ ਹੁੰਦੀ ਆ, ਸਰਕਾਰ ਦੀ ਆਮਦਨ ਅਤੇ ਖਰਚ ਸੰਬੰਧੀ ਨੀਤੀ ਨੂੰ ਹੀ ਆਪਾਂ ਰਾਜਕੋਸ਼ੀ ਨੀਤੀ ਕਹਿੰਦੇ ਆ। ਇਹਦੇ ਵੀ ਜੋ ਮੋਟਿਵ ਇਹਦੇ ਹੁੰਦੇ ਨੇ ਉਹੀ ਮੋਟਿਵ ਇਹਦੇ ਵੀ ਹੁੰਦੇ ਨੇ, ਠੀਕ ਹੈ ਜੀ। ਇਹਨੂੰ ਪੂਰੀ ਚੰਗੀ ਤਰ੍ਹਾਂ ਸਮਝਣ ਲਈ ਤੁਸੀਂ ਮੇਰਾ ਵੀਡੀਓ ਦੇਖ ਸਕਦੇ ਹੋ, ਮੋਨੇਟਰੀ ਪਾਲਿਸੀ ਵਾਲਾ ਔਰ ਫਿਜ਼ੀਕਲ ਪਾਲਿਸੀ ਵਾਲਾ, ਠੀਕ ਹੈ। ਤੁਸੀਂ ਬਹੁਤ ਹੀ ਚੰਗੀ ਤਰੀਕੇ ਨਾਲ ਸਮਝ ਜਾਓਗੇ। ਤੇ ਇੱਥੇ ਆਪਣੇ ਜਿਹੜੇ ਛੋਟੇ ਵੈਰੀ ਸ਼ਾਰਟ ਕੁਐਸਚਨ ਆਨਸਰ ਜਿਹੜੇ ਹੈਗੇ ਨੇ ਖਤਮ ਹੋ ਰਹੇ ਨੇ। ਆਈ ਹੋਪ ਤੁਹਾਨੂੰ ਬਿਲਕੁਲ ਪਰਫੈਕਟਲੀ ਤੁਹਾਨੂੰ ਸਮਝ ਆ ਗਿਆ ਹੋਊਗਾ। ਜੇ ਤੁਹਾਨੂੰ ਸਮਝ ਆ ਗਿਆ ਪਲੀਜ਼ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ। ਆਪਣਾ ਜੋ ਵੀ ਕਮੈਂਟ ਹੋਊਗਾ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਰਕੇ ਮੈਨੂੰ ਭੇਜਿਓ, ਤਾਂ ਜੋ ਮੈਨੂੰ ਪਤਾ ਚੱਲਦਾ ਰਹੇ ਵੀ ਤੁਹਾਨੂੰ ਸਮਝ ਆ ਰਿਹਾ ਕਿ ਨਹੀਂ। ਜੇ ਤੁਹਾਨੂੰ ਕੁਝ ਪੁੱਛਣਾ ਤੁਸੀਂ ਪੁੱਛ ਸਕਦੇ ਹੋ, ਠੀਕ ਹੈ। ਤੇ ਆਪਣੇ ਦੋਸਤਾਂ ਨੂੰ ਇਹ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਇਹ ਬੈਨੀਫਿਟ ਲੈ ਸਕਣ, ਉਹਨਾਂ ਨੂੰ ਵੀ ਇਹ ਕੁਐਸਚਨ ਆਨਸਰ ਯਾਦ ਹੋ ਜਾਣ ਈਜ਼ੀਲੀ, ਠੀਕ ਹੈ ਜੀ। ਤੇ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ।